ਚੈਪਟਰ ਨੰਬਰ 9 ਦੇ ਵਿੱਚ ਆਪਾਂ ਅਗਲਾ ਟੌਪਿਕ ਕਰਨ ਜਾ ਰਹੇ ਹਾਂ ਫਾਈਨੈਂਸ਼ੀਅਲ ਡਿਸੀਜ਼ਨ। ਫਾਈਨੈਂਸ਼ੀਅਲ ਡਿਸੀਜ਼ਨ ਜਦੋਂ ਵੀ ਗੱਲ ਕਰਦੇ ਪਏ ਹਾਂ, ਹੁਣ ਉਰੇ ਇੱਕ ਬੇਸਿਕ ਜੀ ਗੱਲ ਸਮਝਣੀ ਹੈ ਤੁਸੀਂ। ਸਭ ਤੋਂ ਪਹਿਲਾਂ ਦਿਸ ਡਿਸੀਜ਼ਨ ਇਜ਼ ਰਿਲੇਟਿਡ ਟੂ ਦਾ ਫਾਈਨੈਂਸ਼ੀਅਲ ਮੈਟਰਸ ਆਫ ਦਾ ਬਿਜ਼ਨਸ। ਜੋ ਬਿਜ਼ਨਸ ਦੇ ਵਿੱਚ ਪੈਸਾ ਸਾਡੇ ਕੋਲ ਹੈਗਾ ਉਹਦੇ ਬਾਰੇ ਜਿਹੜੇ ਡਿਸੀਜ਼ਨ ਲੈਣ ਜਾ ਰਹੇ ਹਾਂ ਉਹਨੂੰ ਫਾਈਨੈਂਸ਼ੀਅਲ ਡਿਸੀਜ਼ਨ ਕਹਿੰਦੇ ਆ। ਪੈਸੇ ਦੇ ਰਿਲੇਟਿਡ ਜਿਹੜੇ ਵੀ ਡਿਸੀਜ਼ਨ ਹੋ ਰਹੇ ਨੇ ਉਹਨੂੰ ਫਾਈਨੈਂਸ਼ੀਅਲ ਡਿਸੀਜ਼ਨ ਕਹਿੰਦੇ ਆ। ਠੀਕ ਹੈ, ਕੋਈ ਦਿੱਕਤ ਨਹੀਂ ਹੈਗੀ। ਹੁਣ ਸਮਝੋ, 3 ਡਿਸੀਜ਼ਨ ਹੁੰਦੇ ਨੇ ਫਾਈਨੈਂਸ਼ੀਅਲ ਡਿਸੀਜ਼ਨ ਦੇ ਅੰਡਰ। ਦੇਖੋ, ਪੈਸਾ ਆਉਣਾ ਕਿੱਥੋਂ ਹੈ, ਪੈਸਾ ਲਗਾਉਣਾ ਕਿੱਥੇ ਹੈ, ਅਤੇ ਡਿਵੀਡੈਂਡ ਦੇਣਾ ਕਿ ਨਹੀਂ ਦੇਣਾ। ਉਹੀ ਗੱਲ ਆ ਗਈ ਜੋ ਸਟਾਰਟਿੰਗ 'ਚ ਮੈਨੇਜਮੈਂਟ ਦੀ ਗੱਲ ਕੀਤੀ ਸੀਗੀ। ਠੀਕ ਹੈ, ਆ ਗਿਆ ਐਕਿਊਜ਼ੀਸ਼ਨ, ਆ ਗਿਆ ਯੂਟੀਲਾਈਜੇਸ਼ਨ, ਆ ਗਿਆ ਡਿਵੀਡੈਂਡ ਵੰਡਣਾ ਕਿ ਨਹੀਂ ਵੰਡਣਾ, ਵੀ ਸ਼ੇਅਰ ਹੋਲਡਰਸ ਨੂੰ ਜਾਂ ਫਿਰ ਸ਼ੇਅਰ ਹੋਲਡਰਸ ਨੂੰ ਡਿਵੀਡੈਂਡ ਦੇਣਾ ਹੈ ਕਿ ਨਹੀਂ ਦੇਣਾ। ਟੂ ਬੀ ਮੋਰ ਪ੍ਰੀਸਾਈਜ਼, ਇਕੁਇਟੀ ਸ਼ੇਅਰ ਹੋਲਡਰ ਨੂੰ ਪੈਸਾ ਦੇਣਾ ਕਿ ਨਹੀਂ ਦੇਣਾ, ਕਿਉਂਕਿ ਪ੍ਰੈਫਰੈਂਸ ਸ਼ੇਅਰ ਹੋਲਡਰ ਨੂੰ ਪੈਸਾ ਦੇਣਾ ਹੀ ਪੈਂਦਾ। ਠੀਕ ਹੈ, ਇਹਨਾਂ ਤਿੰਨਾਂ ਦੇ ਡਿਸੀਜ਼ਨ ਲੈਣ ਨੂੰ ਫਾਈਨੈਂਸ਼ੀਅਲ ਡਿਸੀਜ਼ਨ ਕਹਿੰਦੇ ਨੇ। ਆਪਾਂ ਇਸ ਵੀਡੀਓ ਦੇ ਵਿੱਚ ਜੋ ਕੰਪਲੀਟ ਕਰਾਂਗੇ ਉਹ ਹੈਗਾ ਜੀ ਆਪਣਾ ਇਨਵੈਸਟਿੰਗ ਡਿਸੀਜ਼ਨ। ਆ ਜਾਂਦੇ ਆਪਾਂ ਆਪਣੇ ਇਨਵੈਸਟਿੰਗ ਡਿਸੀਜ਼ਨ 'ਤੇ। ਓਕੇ ਵੀਰੇ, ਇਨਵੈਸਟਿੰਗ ਡਿਸੀਜ਼ਨ ਹੈਗਾ ਕਿ ਪੈਸਾ ਇਨਵੈਸਟ ਕਰਨਾ ਹੈ ਕਿ ਨਹੀਂ ਕਰਨਾ, ਇਹੀ ਇਨਵੈਸਟਿੰਗ ਡਿਸੀਜ਼ਨ ਹੁੰਦਾ। ਓਕੇ, ਦਿਸ ਡਿਸੀਜ਼ਨ ਇਜ਼ ਰਿਲੇਟਿਡ ਟੂ ਕੇਅਰਫੁਲ ਸਿਲੈਕਸ਼ਨ ਆਫ ਐਸਿਡ ਇਨ ਵਿਚ ਫੰਡ ਵਿਲ ਬੀ ਇਨਵੈਸਟਡ ਬਾਏ ਦਾ ਫਰਮ। ਐਸਿਡ ਮੰਨ ਲਓ ਇਨਵੈਸਟਮੈਂਟ, ਆਪਾਂ ਉਹ ਚੀਜ਼ਾਂ ਲੱਭਣੀਆਂ ਜਾਂ ਉਹ ਇਨਵੈਸਟਮੈਂਟਸ ਲੱਭਣੀਆਂ ਨੇ। ਐਸਿਡ ਕਿਉਂ ਕਹਿ ਰਹੇ ਹਾਂ, ਦੇਖੋ ਪਲਾਂਟ ਐਂਡ ਮਸ਼ੀਨਰੀ ਖਰੀਦਣੀ ਹੈ ਕਿ ਨਹੀਂ ਖਰੀਦਣੀ ਹੈਗੀ, ਸਾਨੂੰ ਇਹ ਤੋਂ ਪੈਸਾ ਬਚੂਗਾ ਕਿ ਨਹੀਂ ਬਚੂਗਾ, ਇਹ ਵੀ ਇੱਕ ਸਾਡਾ ਇਨਵੈਸਟਮੈਂਟ ਡਿਸੀਜ਼ਨ ਹੈ। ਕੋਈ ਇਕਵਿਪਮੈਂਟ ਖਰੀਦਣ ਜਾ ਰਹੇ ਹਾਂ, ਉਹ ਵੀ ਸਾਡਾ ਇੱਕ ਇਨਵੈਸਟਮੈਂਟ ਡਿਸੀਜ਼ਨ ਹੈ। ਫੋਰ ਐਗਜ਼ਾਮਪਲ, ਅਸੀਂ ਅੱਜ ਮਸ਼ੀਨ ਖਰੀਦ ਰਹੇ ਹਾਂ 3 ਕਰੋੜ ਦੀ। ਸਾਨੂੰ ਇਹ ਮਸ਼ੀਨ ਕਿੰਨਾ ਕੁ ਰਿਟਰਨ ਦੇ ਕੇ ਜਾਊਗੀ ਜੇ ਇਹ ਮਸ਼ੀਨ ਅਸੀਂ ਲਾ ਦਈਏ, ਸਾਨੂੰ ਤਾਂ ਹੀ ਪਤਾ ਲੱਗੂਗਾ ਵੀ 3 ਕਰੋੜ ਰਿਟਰਨ। ਜੇ 3 ਕਰੋੜ ਦੀ ਜਗ੍ਹਾ ਸਾਨੂੰ 5 ਕਰੋੜ ਵਾਪਸ ਆ ਰਿਹਾ, ਫਿਰ ਵੈਲ ਐਂਡ ਗੁੱਡ ਹੈ ਜੀ, ਬਹੁਤ ਵਧੀਆ। 3 ਕਰੋੜ ਦੀ ਜਗ੍ਹਾ 2.5 ਕਰੋੜ ਵਾਪਸ ਆਊਗਾ, ਫਿਰ ਅਸੀਂ ਕਿਉਂ ਲਾਈਏ। ਇਸ ਐਸਿਡ ਦੇ ਵਿੱਚ ਵੀ ਇਨਵੈਸਟ ਕਰਨ ਬਾਰੇ ਜਦੋਂ ਆਪਾਂ ਗੱਲ ਕਰਦੇ ਪਏ ਹਾਂ, ਇਹ ਇਨਵੈਸਟਮੈਂਟ ਹੀ ਆ। ਇੱਕ ਸਟੂਡੈਂਟ ਦੇ ਲਈ ਉਹਦੀ ਨੌਲੇਜ ਦੇ ਵਿੱਚ ਇਨਵੈਸਟ ਕਰਨਾ ਇਨਵੈਸਟਮੈਂਟ ਡਿਸੀਜ਼ਨ ਹੈ। ਇੱਕ ਸੈਲਰੀਡ ਪਰਸਨ ਦੇ ਲਈ SIP ਕਰਵਾਉਣਾ ਮਿਊਚੁਅਲ ਫੰਡ ਦੇ ਵਿੱਚ, ਉਹਦੇ ਲਈ ਇੱਕ ਇਨਵੈਸਟਮੈਂਟ ਡਿਸੀਜ਼ਨ ਹੈ। ਇੱਕ ਕੰਪਨੀ ਦੇ ਲਈ ਜਦੋਂ ਉਹ ਆਪਣਾ ਪੈਸਾ ਲਗਾਉਣ ਲੱਗੀ ਆ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ, ਇਕਵਿਪਮੈਂਟ ਦੇ ਵਿੱਚ, ਵਹੀਕਲਸ ਦੇ ਵਿੱਚ, ਕਿਆ ਸਾਨੂੰ ਉਹਦੇ ਵਿੱਚੋਂ ਉਨਾ ਰਿਟਰਨ ਨਿਕਲ ਕੇ ਆਊਗਾ ਜਾਂ ਇਹਦੇ ਵਿੱਚ ਪੈਸਾ ਲਾਉਣ 'ਚ ਫਾਇਦਾ ਹੈਗਾ ਕਿ ਨਹੀਂ ਹੈਗਾ, ਇਨਵੈਸਟਮੈਂਟ ਡਿਸੀਜ਼ਨ ਹੈ। ਦਿਸ ਡਿਸੀਜ਼ਨ ਇਜ਼ ਰਿਲੇਟਿਡ ਟੂ ਕੇਅਰਫੁਲ ਸਿਲੈਕਸ਼ਨ ਆਫ ਐਸੈਟ ਇਨ ਵਿਚ ਫੰਡਸ ਵਿਲ ਬੀ ਇਨਵੈਸਟਡ ਬਾਏ ਦਾ ਫਰਮ। ਇਹ ਕੇਅਰਫੁਲੀ ਐਨਾਲਿਸਿਸ ਕਰਨਾ ਹੈ ਅਤੇ ਕੇਅਰਫੁਲ ਐਨਾਲਿਸਿਸ ਦੀ ਹੀ ਆਪਾਂ ਉਰੇ ਗੱਲ ਕਰਨੀ ਹੈ। ਸਿਰਫ ਜਿਹੜਾ ਆਹ ਟੌਪਿਕ ਪੜ੍ਹਨ ਜਾ ਰਹੇ ਹਾਂ ਉਹ ਇਸ ਸ਼ਬਦ 'ਤੇ ਖੜ੍ਹਾ, ਕੇਅਰਫੁਲ ਸਿਲੈਕਸ਼ਨ ਆਫ ਐਸੈਟ। ਦਿਸ ਡਿਸੀਜ਼ਨ ਇਜ਼ ਰਿਲੇਟਿਡ ਟੂ ਕੇਅਰਫੁਲ ਸਿਲੈਕਸ਼ਨ ਆਫ ਐਸੈਟ ਇਨ ਵਿਚ ਫੰਡ ਵਿਲ ਬੀ ਇਨਵੈਸਟਡ ਬਾਏ ਦਾ ਫਰਮ। ਫਰਮ ਜਿਹਦੇ ਵਿੱਚ ਪੈਸਾ ਲਾਊਗੀ। ਓਕੇ, ਇਨਵੈਸਟਮੈਂਟ ਡਿਸੀਜ਼ਨ ਮੇ ਵੀ ਲੌਂਗ ਟਰਮ, ਛੋਟੇ ਲੰਬੇ ਸਮੇਂ ਲਈ ਵੀ ਹੋ ਸਕਦਾ, 5 ਸਾਲ 10 ਸਾਲ 15 ਸਾਲ, ਜਾਂ ਸ਼ਾਰਟ ਟਰਮ 1 ਸਾਲ ਦੇ ਲਈ। ਲੌਂਗ ਟਰਮ ਇਨਵੈਸਟਮੈਂਟ ਡਿਸੀਜ਼ਨ ਨੂੰ ਆਪਾਂ ਕੈਪੀਟਲ ਬਜਟਿੰਗ ਡਿਸੀਜ਼ਨ ਕਹਿੰਦੇ ਹਾਂ। ਇਹ ਅੱਗੇ ਜਾ ਕੇ ਆਪਾਂ ਦੇਖਾਂਗੇ ਹੋਰ। ਠੀਕ ਹੈ, ਅਤੇ ਸ਼ਾਰਟ ਟਰਮ ਇਨਵੈਸਟਮੈਂਟ ਜਿਹੜੇ ਹੈਗੇ ਨੇ ਆਪਣਾ ਵਰਕਿੰਗ ਕੈਪੀਟਲ ਡਿਸੀਜ਼ਨ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਅੱਗੇ ਜਾ ਕੇ ਇਹ ਫੁੱਲ ਫਲੈਜ ਕੁਐਸਚਨ ਹੈ ਅਤੇ ਸੈਕਿੰਡ ਵੀ ਫੁੱਲ ਫਲੈਜ ਕੁਐਸਚਨ ਹੈ। ਓਕੇ, ਵੀ ਵੀਰੇ ਜੇ ਕੱਲ੍ਹ ਨੂੰ ਅਸੀਂ ਮੀਨਿੰਗ ਲਰਨ ਕਰਨਾ ਹੈ ਜਸਟ, ਠੀਕ ਹੈ, ਇਨਵੈਸਟਮੈਂਟ ਡਿਸੀਜ਼ਨ ਦਾ, ਇੰਨਾ ਕੁ ਵੀ ਕਰ ਲੂੰਗੇ ਚੱਲ ਜੂਗਾ। ਓਕੇ, ਹੁਣ ਕੁਐਸਚਨ ਆਉਂਦਾ ਕੈਪੀਟਲ ਬਜਟਿੰਗ ਡਿਸੀਜ਼ਨ ਕਹਿ ਲਓ ਚਾਹੇ ਉਰੇ ਇਨਵੈਸਟਮੈਂਟ ਡਿਸੀਜ਼ਨ ਕਹਿ ਲਓ, ਕੋਈ ਚੱਕਰ ਨਹੀਂ ਹੈਗਾ ਦੋਨਾਂ ਦੇ ਵਿੱਚ ਹਜੇ ਲਈ। ਅੱਗੇ ਜਾ ਕੇ ਆਪਾਂ ਇਹਦੇ ਵਿੱਚ ਇੱਕ ਡਿਫਰੈਂਸੀਏਸ਼ਨ ਦੇਖਾਂਗੇ। ਠੀਕ ਹੈ, ਸਮਝੋ। ਜਾਂ ਫਿਰ ਇਹ ਕਹਿ ਲਓ, ਜੇ ਆਪਾਂ ਅੱਜ ਕੈਪੀਟਲ ਬਜਟਿੰਗ ਡਿਸੀਜ਼ਨ ਦੀ ਗੱਲ ਕਰਦੇ ਪਏ ਹਾਂ, ਕੈਪੀਟਲ ਬਜਟਿੰਗ ਡਿਸੀਜ਼ਨ ਮਤਲਬ ਲੌਂਗ ਟਰਮ ਦੀ ਗੱਲ ਕਰਦੇ ਹਾਂ, ਸ਼ਾਰਟ ਟਰਮ ਦੀ ਗੱਲ ਨਹੀਂ ਕਰ ਰਹੇ ਵੀ ਅਸੀਂ
ਲੈਟ ਸੇ ਮਸ਼ੀਨ ਖਰੀਦਣ ਜਾ ਰਹੇ ਹਾਂ, ਉਹ ਕੈਪੀਟਲ ਬਜਟਿੰਗ ਹੈ। ਰਿਪੇਅਰ ਕਰਾਈਏ ਕਿ ਨਾ ਕਰਾਈਏ, ਸ਼ਾਰਟ ਟਰਮ ਇਨਵੈਸਟਮੈਂਟ ਹੈ। ਮੇਨਟੇਨੈਂਸ ਕਰਵਾਈਏ ਕਿ ਨਾ ਕਰਵਾਈਏ, ਸ਼ਾਰਟ ਟਰਮ ਇਨਵੈਸਟਮੈਂਟ ਹੈ। ਹੁਣ ਗੱਲ ਕਰਦੇ ਹਾਂ ਆਪਾਂ ਲੰਬੇ ਸਮੇਂ ਦੀ। ਸਭ ਤੋਂ ਪਹਿਲਾ ਪੁਆਇੰਟ ਜੋ ਤੁਹਾਨੂੰ ਸੋਚਣਾ ਚਾਹੀਦਾ ਪੈਸਾ ਲਗਾਉਣ ਲੱਗੇ, ਵੀ ਸਾਨੂੰ ਇਹਦੇ ਵਿੱਚੋਂ ਪੈਸਾ ਵਾਪਸ ਆਊਗਾ ਕਿੰਨਾ। ਉਹਨੂੰ ਕਹਿੰਦੇ ਆ ਕੈਸ਼ ਫਲੋ ਆਫ ਦਾ ਪ੍ਰੋਜੈਕਟ। ਅਸੀਂ ਅੱਜ ਪੈਸਾ ਲਾ ਦਿੰਦੇ ਹਾਂ, ਠੀਕ ਹੈ, ਜਿਹੜਾ ਵੀ ਤੁਸੀਂ ਪ੍ਰੋਜੈਕਟ 'ਚ ਪੈਸਾ ਲਾਉਣ ਜਾ ਰਹੇ ਹੋ ਉਹ 'ਚ ਬਹੁਤ ਪੈਸਾ ਇਨਵੈਸਟ ਹੋਣਾ ਹੈ। ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇਹ ਇਰਰੀਵਰਸੀਬਲ ਕਿਉਂ ਹੈ, ਮੈਂ ਉਹਦੇ ਸ਼ਬਦ ਆ ਰਿਹਾ, ਲੱਭ ਗਿਆ ਜਿਹੜੇ ਸ਼ਬਦ ਨਹੀਂ ਮੈਂ ਗੱਲ ਕਰਨ ਲੱਗਿਆ ਸੀ, ਆ ਰਿਹਾ ਇਰਰੀਵਰਸੀਬਲ। ਤੁਸੀਂ ਅੱਜ ਕਾਰ ਪਰਚੇਜ਼ ਕਰ ਲਓ, ਲੈਟਸ ਸੇ 30 ਲੱਖ ਦੀ ਆਈ। ਜਿਵੇਂ ਤੁਸੀਂ ਉਸ ਕਾਰ ਨੂੰ ਰੋਡ ਦੇ ਉੱਤੇ ਡਰਾਈਵ ਕਰਨਾ ਸ਼ੁਰੂ ਕੀਤਾ, ਤੁਹਾਨੂੰ ਪਸੰਦ ਨਹੀਂ ਆਈ, ਤੁਸੀਂ ਕਹਿੰਦੇ ਨਹੀਂ ਉਹ ਗੱਲ ਨਹੀਂ ਬਣ ਰਹੀ। ਹੁਣ ਤੁਸੀਂ 15 ਮਿੰਟ ਬਾਅਦ ਵੀ ਉਹਨੂੰ ਵੇਚਣ ਜਾਓਗੇ ਨਾ, ਉਹ 30 ਲੱਖ ਦੀ ਵਿਕਣੀ ਹੋਣੀ ਹੈਗੀ। ਹੁਣ ਉਹ ਸੈਕਿੰਡ ਹੈਂਡ ਹੋ ਚੁੱਕੀ ਆ। ਤੁਸੀਂ 28 ਲੱਖ ਦੀ ਵੇਚ ਲਓ, ਤੁਸੀਂ 29 ਦੀ ਵੇਚ ਲਓ, ਤੁਸੀਂ 27 ਦੀ ਵੇਚ ਲਓ, 25 ਦੀ ਵੇਚ ਲਓ, ਉਹ ਤੁਹਾਡੀ ਆਪ ਦੀ ਕੈਪੇਬਿਲਿਟੀ 'ਤੇ ਡਿਪੈਂਡ ਕਰਦਾ ਪਿਆ। ਪਰ 30 ਲੱਖ ਦਾ 30 ਲੱਖ ਮੁੜੇ ਆਊਗਾ ਨਾ, ਹੋ ਹੀ ਨਹੀਂ ਸਕਦਾ। ਇਹ ਇਰਰੀਵਰਸੀਬਲ ਹੈ, ਮਤਲਬ ਲਗਾਇਆ ਹੋਇਆ ਪੈਸਾ ਵਾਪਸ ਮੁੜ ਹੀ ਨਹੀਂ ਸਕਦਾ। ਕੈਪੀਟਲ ਬਜਟਿੰਗ ਦੀ ਇਹਦੀ ਗੱਲ ਕਰਦੇ ਪਏ ਆਪਾਂ, ਠੀਕ ਹੈ। ਲੰਬੇ ਸਮੇਂ 'ਚ ਲਾਇਆ ਹੋਇਆ ਪੈਸਾ ਮੁੜਦਾ ਨਹੀਂ ਹੈਗਾ ਪ੍ਰੋਪਰ। ਜੇ ਤੁਸੀਂ ਉਹਦੇ ਵਿੱਚ ਗਲਤੀ ਕਰਤੀ ਤਾਂ ਫਿਰ ਦਿੱਕਤ ਦਊਗਾ ਬਹੁਤ ਜ਼ਿਆਦਾ। ਹਾਂਜੀ, ਅਤੇ ਇਹੀ ਲਿਖਿਆ ਕੈਸ਼ ਫਲੋ ਉਹਦਾ ਜਿਹੜਾ ਪ੍ਰੋਜੈਕਟ ਇਨਵੋਲਵ ਹਿਊਜ ਕੋਸਟ, ਇਹ 'ਚ ਬਹੁਤ ਪੈਸਾ ਇਨਵੋਲਵ ਹੁੰਦਾ। ਜੇ ਤਾਂ ਇਨਫਲੋ ਜ਼ਿਆਦਾ, ਪੈਸਾ ਬਿਜ਼ਨਸ ਦੇ ਵਿੱਚ ਜ਼ਿਆਦਾ ਆਊਗਾ। 10 ਕਰੋੜ ਤੁਸੀਂ ਆਊਟਫਲੋ ਕੀਤਾ, ਜੇਬ 'ਚੋਂ ਕੱਢਿਆ, 15 ਕਰੋੜ ਜੇਬ 'ਚ ਆ ਜਾਣਾ ਆਉਣ ਵਾਲੀ ਲਾਈਫ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ। ਡਨ ਹੈ ਜੀ, ਪੈਸਾ ਵੱਧ ਆ ਰਿਹਾ, ਇਨਵੈਸਟ ਕਰ ਦਿਓ। ਇਫ ਕੈਸ਼ ਫਲੋ ਇਨਫਲੋ ਇਜ਼ ਲੈਸ, ਜੇ ਇਨਫਲੋ ਘੱਟ ਆ, 10 ਕਰੋੜ ਲਗਾਇਆ, ਆਉਣਾ 8 ਕਰੋੜ ਹੈ, ਸਾਨੂੰ ਤਾਂ ਹਰ ਕੋਈ ਮੂਰਖ ਕਹੂਗਾ, ਬੇਵਕੂਫ ਗਧਾ ਕਹੂਗਾ ਵੀ ਅਸੀਂ ਪੈਸੇ ਇਨਵੈਸਟ ਕਰ ਦਈਏ। ਉਰੇ ਪੈਸੇ ਇਨਵੈਸਟ ਨਹੀਂ ਕਰਨੇ ਹੈਗੇ, ਕਿਉਂ? ਪੈਸਾ ਆ ਘੱਟ ਰਿਹਾ ਵਾਪਸ, ਜਾ ਵੱਧ ਰਿਹਾ। ਓਕੇ, ਅਗਲਾ ਪੁਆਇੰਟ ਰੇਟ ਆਫ ਰਿਟਰਨ। ਸਾਨੂੰ ਉਹਦੇ ਤੋਂ ਕਿੰਨਾ ਰਿਟਰਨ ਆ ਰਿਹਾ, ਇੱਕ ਬੇਸਿਕ ਕ੍ਰਾਈਟੀਰੀਆ ਬਣਾ ਦਿੰਦਾ ਉਰੇ ਤੁਹਾਡੇ ਲਈ। ਇੱਕ ਹੁੰਦਾ ਰੇਟ ਆਫ ਰਿਟਰਨ, ਇੱਕ ਹੁੰਦਾ ਰੇਟ ਆਫ ਇਨਵੈਸਟਮੈਂਟ, ਰੇਟ ਆਫ ਇੰਟਰਸਟ ਸੌਰੀ। ਆ ਤੁਹਾਨੂੰ ਰਿਸੀਵ ਹੁੰਦਾ, ਆ ਤੁਸੀਂ ਪੇ ਕਰਦੇ ਹੋ। ਇੱਕ ਨੋਰਮਲ ਐਗਜ਼ਾਮਪਲ ਪੁੱਛ ਰਹੇ ਹਾਂ, ਹਾਂ ਨਾ 'ਚ ਜਵਾਬ ਦਿਓ ਤੁਸੀਂ ਆਪ। 12% ਦੇ ਉੱਤੇ ਤੁਸੀਂ ਇਨਵੈਸਟ ਕਰਦੇ ਹੋ, 10% 'ਤੇ ਲੋਨ ਲਿੱਤਾ, ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ 2% ਦੇ ਪ੍ਰੋਫਿਟ 'ਚੋਂ ਤੁਸੀਂ ਇਨਵੈਸਟ ਕਰ ਦੋਗੇ ਵੀ ਠੀਕ ਹੈ ਯਾਰ ਕਮਾਈ ਹੋ ਰਹੀ ਆ। ਜੇ ਮੈਂ ਸਿਚੁਏਸ਼ਨ ਉਲਟੀ ਕਰ ਦੇਵਾਂ, 10% 'ਤੇ ਇਨਵੈਸਟ ਹੋ ਰਿਹਾ, 12% ਤੁਸੀਂ ਪੇ ਕਰਦੇ ਹੋ, ਤੁਸੀਂ 2% ਦੇ ਲੋਸ 'ਚੋਂ ਤੁਸੀਂ ਇਨਵੈਸਟ ਨਹੀਂ ਕਰੋਗੇ। ਅਤੇ ਆਹੀ ਚੀਜ਼ ਉਰੇ ਲਿਖੀ ਹੈ, ਇਫ ਐਕਸਪੈਕਟਿਡ ਰੇਟ ਆਫ ਰਿਟਰਨ ਇਜ਼ ਮੋਰ ਦੈਨ ਦਾ ਰਿਸਕ। ਰਿਸਕ ਮਤਲਬ ਰੇਟ ਆਫ ਇੰਟਰਸਟ, ਜੋ ਤੁਸੀਂ ਰੇਟ ਆਫ ਇੰਟਰਸਟ 'ਤੇ ਲੋਨ ਲਿੱਤਾ ਇਜ਼ ਲੈਸ ਦੈਨ ਕੰਪਨੀ ਸ਼ੁੱਡ ਇਨਵੈਸਟ। ਮਤਲਬ ਜੇ 10% 'ਤੇ ਲੋਨ ਲਿੱਤਾ, 12% 'ਤੇ ਇਨਵੈਸਟ ਹੋ ਰਿਹਾ, ਡਨ ਹੈ, ਇਨਵੈਸਟ ਕਰੋ, ਕਮਾਈ ਹੋਊਗੀ ਤੁਹਾਨੂੰ ਪੱਕੀ ਹੋਊਗੀ। ਕਿੰਨੀ? 2%। ਇਹ ਤੋਂ ਉਲਟਾ ਇਫ ਐਕਸਪੈਕਟਿਡ ਰੇਟ ਆਫ ਰਿਟਰਨ ਇਜ਼ ਲੈਸ, ਐਕਸਪੈਕਟਿਡ ਰੇਟ ਆਫ ਰਿਟਰਨ ਕਿੰਨਾ? 10% ਲੈਸ ਐਂਡ ਰਿਸਕ ਇਜ਼ ਮੋਰ, ਰਿਸਕ ਕਿੰਨਾ? 12%। ਤਾਂ ਸਾਨੂੰ ਪੈਸੇ ਨਹੀਂ ਇਨਵੈਸਟ ਕਰਨੇ ਚਾਹੀਦੇ। ਕਿਉਂ? ਸਾਡਾ ਨੁਕਸਾਨ ਹੋ ਜਾਣਾ 2% ਦਾ। ਰੁਕ ਜਾਓ ਉੱਥੇ, ਅਸੀਂ ਨਹੀਂ ਇਨਵੈਸਟ ਕਰਦੇ ਹੈਗੇ। ਥਰਡ, ਇਨਵੈਸਟਮੈਂਟ ਕ੍ਰਾਈਟੀਰੀਆਜ਼। ਹੁਣ ਉੱਪਰ ਵਾਲੇ ਤਾਂ ਦੋ ਹੈਗੇ ਨੇ ਬੜੇ ਲੌਜੀਕਲ, ਤੀਸਰਾ ਤਾਂ ਮਿਕਸ ਐਂਡ ਮੈਚ ਆ ਬਸ। ਦੇਰ ਆਰ ਸਰਟਨ ਕ੍ਰਾਈਟੀਰੀਆਜ਼, ਕੁਛ ਕ੍ਰਾਈਟੀਰੀਆਜ਼ ਹੁੰਦੇ ਨੇ ਜਿਹਦੇ ਬੇਸਿਸ 'ਤੇ ਅਸੀਂ ਇਨਵੈਸਟਮੈਂਟ ਕਰਦੇ ਹਾਂ ਜਾਂ ਨਹੀਂ ਕਰਦੇ। ਉਹ ਕ੍ਰਾਈਟੀਰੀਆ ਕਿਹੜੇ ਨੇ? ਕੈਸ਼ ਫਲੋ, ਜਿਹੜਾ ਉੱਪਰ ਇਹ ਲਿਖਿਆ ਉਹਨੂੰ ਦੁਬਾਰਾ ਲਿਖ ਦਿਓ। ਕੈਸ਼ ਫਲੋ ਇੱਕ ਕ੍ਰਾਈਟੀਰੀਆ, ਰੇਟ ਆਫ ਰਿਟਰਨ ਇੱਕ ਕ੍ਰਾਈਟੀਰੀਆ। ਜੇ ਤਾਂ ਇਹ ਕ੍ਰਾਈਟੀਰੀਆ ਜਿਹੜੇ ਹੈਗੇ ਨੇ ਮੈਟ ਹੋ ਗਏ, ਫੁੱਲਫਿਲ ਹੋ ਗਏ, ਮਤਲਬ ਤੁਹਾਨੂੰ ਲੱਗੇ ਵੀ ਹਾਂ ਇਹਨਾਂ ਦੋਨਾਂ ਦੇ ਉੱਪਰ ਡਿਸਾਈਡ ਕਰ ਦਿਓ ਵੀ ਹਾਂ ਇਹ ਡਨ ਹੈ, ਪੈਸਾ ਆਊਗਾ, ਰਿਟਰਨ ਵੀ ਵਧੀਆ ਨੇ, ਇਨਵੈਸਟ ਕਰ ਦਿਓ। ਜੇ ਇਨਵੈਸਟਮੈਂਟ ਕ੍ਰਾਈਟੀਰੀਆਜ਼ ਮੈਟ ਨਹੀਂ ਹੋ ਰਹੇ ਬਾਈ, ਤੁਹਾਨੂੰ ਲੱਗ ਰਿਹਾ ਵੀ ਪੈਸਾ ਆਉਣਾ ਹੀ ਨਹੀਂ, ਕੈਸ਼ ਫਲੋ ਆਉਣਾ ਹੀ ਨਹੀਂ, ਘੱਟ ਆਊਗਾ, 10 ਕਰੋੜ ਗਿਆ 8 ਕਰੋੜ ਵਾਪਸ ਆਉਣਾ ਹੈ,
10% ਤੇ ਮੈਂ ਲੋਨ ਲਿੱਤਾ 8% ਵਾਪਸ ਆਉਣਾ ਹੈ, ਨਾ ਕਰੋ ਇਨਵੈਸਟ, ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਇਹਦੇ ਵਿੱਚ, ਠੀਕ ਹੈ। ਕਿਉਂਕਿ ਇੱਕ ਵਾਰ ਲੱਗਿਆ ਹੋਇਆ ਪੈਸਾ ਵਾਪਸ ਆਉਣਾ ਹੀ ਨਹੀਂ ਹੈਗਾ। ਇਰਰਿਵਰਸੀਬਲ ਡਿਸੀਜ਼ਨ ਲਿੱਤਾ ਹੋਇਆ, ਉਹਨੂੰ ਤੁਸੀਂ ਕੰਪਲੀਟਲੀ ਰਿਵਰਸ ਨਹੀਂ ਕਰ ਸਕਦੇ। ਐਕਸ਼ਨ ਰੀਪਲੇ ਨਹੀਂ ਹੋ ਸਕਦਾ ਹੈਗਾ, ਰਿਵਰਸ ਜਾਣ ਦਾ ਕੋਈ ਸੋ ਕੋਈ ਮੌਕਾ ਨਹੀਂ ਹੈਗਾ। ਪੈਸਾ ਲੱਗ ਗਿਆ, ਹਾਂ ਤੁਸੀਂ ਵਾਪਸ ਜਾ ਸਕਦੇ ਹੋ, ਪਰ ਉਹਦਾ ਹਰਜਾਨਾ ਭੁਗਤਣਾ ਪਊਗਾ ਤੁਹਾਨੂੰ। ਉਹਦੇ ਵਿੱਚ ਕੁਛ ਨਾ ਕੁਛ ਤਾਂ ਕੰਪਰੋਮਾਈਜ਼ ਕਰਨਾ ਹੀ ਪੈਣਾ, ਤੁਹਾਨੂੰ ਨੁਕਸਾਨ ਹੋਣਾ ਹੀ ਹੋਣਾ, ਠੀਕ ਹੈ। ਤੁਹਾਡਾ ਇਨਵੈਸਟਮੈਂਟ ਡਿਸੀਜ਼ਨ ਦੇ 3 ਪਾਰਟ ਸੀਗੇ ਇਹ, ਠੀਕ ਹੈ। ਯਾਦ ਕਿਵੇਂ ਰੱਖਣਾ, CRI, ਬਸ ਤੁਸੀਂ ਇੰਨਾ ਕੁ ਯਾਦ ਰੱਖ ਲਿਓ, CRI। ਵੀਰੇ CRI ਹੈਗਾ ਕੀ ਹੈ, C ਤੋਂ ਆ ਗਿਆ ਕੈਸ਼, R ਤੋਂ ਆ ਗਿਆ ਰੇਟ, I ਤੋਂ ਆ ਗਿਆ ਇਨਵੈਸਟਮੈਂਟ, ਠੀਕ ਹੈ। ਇੰਨਾ ਕੁ ਯਾਦ ਰੱਖ ਲਿਓ, ਠੀਕ ਹੈ। ਜਾਂ CCR, ਇਹਦੇ ਨਾਲੋਂ ਜ਼ਿਆਦਾ ਬੈਟਰ ਜੇ ਜਿਹਨੂੰ ਸਹੀ ਲੱਗਿਆ, ਠੀਕ ਹੈ ਨਾ। CCR, C ਕੈਸ਼ ਫਲੋ, ਦੂਸਰਾ ਕ੍ਰਾਈਟੀਰੀਆ, R ਮਤਲਬ ਰੇਟ ਆਫ ਰਿਟਰਨ ਕਹਿ ਲਓ, ਠੀਕ ਹੈ। ਜਾਂ ਤਾਂ CCR ਯਾਦ ਕਰ ਲਓ ਜਾਂ CRI ਯਾਦ ਕਰ ਲਓ, ਠੀਕ ਹੈ। ਇੱਕ CBI ਹੁੰਦਾ, ਇੱਕ CRI ਹੋ ਗਿਆ। ਇਹ ਤੁਹਾਡੀ ਆਪ ਦੀ ਇੱਛਾ 'ਤੇ ਡਿਪੈਂਡ ਕਰਦਾ। ਆਹ ਤੁਹਾਡਾ ਇਨਵੈਸਟਮੈਂਟ ਡਿਸੀਜ਼ਨ ਸੀਗਾ। ਇੱਕ ਰਿਵੀਜ਼ਨ ਦੀ ਗੱਲ ਕਰੀਏ ਕੰਪਲੀਟ ਦੀ, ਬਿਜ਼ਨਸ ਫਾਈਨਾਂਸ ਉਹ ਪੈਸਾ ਜਿਹੜਾ ਤੁਹਾਨੂੰ ਬਿਜ਼ਨਸ ਚਲਾਉਣ ਲਈ ਚਾਹੀਦਾ, ਠੀਕ ਹੈ। 3 ਚੀਜ਼ਾਂ ਡਿਸਾਈਡ ਕਰਨੀਆਂ, ਪੈਸਾ ਆਉਣਾ ਕਿੱਥੋਂ, ਲਗਾਉਣਾ ਕਿੱਥੇ ਅਤੇ ਵਾਪਸ ਕਿੰਨਾ ਕਰਨਾ ਹੈ। 5 ਪੁਆਇੰਟ ਇੰਪੋਰਟੈਂਸ ਦੇ ਨੇ। ਇਸ ਤੋਂ ਪਹਿਲਾਂ ਓਬਜੈਕਟਿਵ ਦੀ ਗੱਲ ਕਰੀਏ, ਵੈਲਥ ਮੈਕਸੀਮਾਈਜੇਸ਼ਨ, ਸ਼ੇਅਰ ਦੇ ਪ੍ਰਾਈਸ ਨੂੰ ਵਧਾਉਣਾ ਵੈਲਥ ਮੈਕਸੀਮਾਈਜੇਸ਼ਨ ਕਹਿਲਾਇਆ ਜਾਂਦਾ ਹੈ। ਫਿਕਸ ਐਸਟ, ਕਰੰਟ ਐਸਟ, ਪ੍ਰੋਫਿਟ ਐਂਡ ਲਾਸ, ਡੈਟ ਇਕੁਇਟੀ, ਸ਼ਾਰਟ ਟਰਮ, ਲੌਂਗ ਟਰਮ, ਠੀਕ ਹੈ। ਇਹ ਗੱਲ ਹੋ ਗਈ ਆਪਣੀ ਇੰਪੋਰਟੈਂਸ ਦੀ, ਰੂਲ ਦੀ। ਇੱਧਰ ਕਰੀਏ ਫਾਈਨੈਂਸ਼ੀਅਲ ਮੈਨੇਜਮੈਂਟ ਅਤੇ ਫਾਈਨੈਂਸ਼ੀਅਲ ਪਲੈਨਿੰਗ। ਫਾਈਨੈਂਸ਼ੀਅਲ ਮੈਨੇਜਮੈਂਟ ਇੱਕ ਵੱਡਾ ਪਾਰਟ ਹੈ, ਫਾਈਨੈਂਸ਼ੀਅਲ ਪਲੈਨਿੰਗ ਛੋਟਾ ਪਾਰਟ ਹੈ, ਇਸ ਲਈ ਫਾਈਨੈਂਸ਼ੀਅਲ ਮੈਨੇਜਮੈਂਟ ਵਾਈਡਰ ਹੈ, ਦੂਸਰਾ ਨੈਰੋ ਹੈ। ਗੱਲ ਕਰੀਏ ਫਾਈਨੈਂਸ਼ੀਅਲ ਪਲੈਨਿੰਗ ਹੁੰਦਾ ਕੀ ਹੈ, ਪੈਸਾ ਚਾਹੀਦਾ ਕਿੰਨਾ ਹੈ, ਪੈਸਾ ਆਊਗਾ ਕਿੱਥੇ, ਪੈਸਾ ਲਗਾਉਣਾ ਕਿੱਥੇ ਹੈ। ਜੇ ਤੁਸੀਂ ਗੱਲ ਕਰਦੇ ਪਏ ਹੋ ਪਲੈਨਿੰਗ ਦੀ, ਤਾਂ ਪਲੈਨਿੰਗ ਤਾਂ ਹਮੇਸ਼ਾ ਫਿਊਚਰ ਦੇ ਲਈ ਹੁੰਦੀ ਹੈ। ਤਾਂ ਫਿਰ ਪਹਿਲਾ ਪੁਆਇੰਟ ਕੀ ਆ ਗਿਆ, ਫਿਊਚਰ। ਗੱਲ ਕਰੋ ਫਿਊਚਰ ਦੀ, ਫਿਊਚਰ 'ਚ ਤੁਹਾਨੂੰ ਸ਼ੌਕਸ ਅਤੇ ਸਰਪ੍ਰਾਈਜ਼ਿਸ ਮਿਲਣੇ ਹੀ ਮਿਲਣੇ ਨੇ। ਜੇ ਪੈਸਾ ਲੈ ਕੇ ਆ ਰਹੇ ਹੋ ਫਿਊਚਰ ਦੇ ਲਈ, ਕਿੱਥੋਂ ਆਊਗਾ, ਕਿੰਨਾ % ਇਕੁਇਟੀ ਤੋਂ, ਕਿੰਨਾ % ਡੈਟ ਤੋਂ, ਕੈਪੀਟਲ ਸਟਰਕਚਰ। ਹੁਣ ਗੱਲ ਕਰੀਏ ਪੈਸਾ ਆ ਗਿਆ, ਉਹਨੂੰ ਯੂਟੀਲਾਈਜ਼ ਵੀ ਚੰਗੀ ਤਰ੍ਹਾਂ ਕਰਨਾ ਅਤੇ ਸਹੀ ਪ੍ਰੋਜੈਕਟ 'ਤੇ ਲਾਉਣਾ। ਫਾਈਨੈਂਸ਼ੀਅਲ ਪਲੈਨਿੰਗ ਤੋਂ ਬਾਅਦ ਇਨਵੈਸਟਮੈਂਟ ਡਿਸੀਜ਼ਨ ਦੀ ਗੱਲ ਕਰੀਏ, ਯਾਦ ਰੱਖਣੇ ਨੇ CCR। C ਕੀ ਹੋਗਾ, ਕੈਸ਼ ਫਲੋ। C ਦੂਸਰਾ ਕੀ ਹੋਗਾ, ਕ੍ਰਾਈਟੀਰੀਆ, ਇਨਵੈਸਟਮੈਂਟ ਕ੍ਰਾਈਟੀਰੀਆ। ਤੀਸਰਾ ਆ ਗਿਆ R, ਰੇਟ ਆਫ ਰਿਟਰਨ। ਇੰਨਾ ਕੁ ਯਾਦ ਰੱਖਣਾ ਤੁਸੀਂ ਇਸ ਚੈਪਟਰ ਦੇ ਵਿੱਚ, ਉਰੇ ਤੱਕ ਦਾ, ਠੀਕ ਹੈ। ਤੁਹਾਨੂੰ ਕੋਈ ਡਾਊਟ ਲੱਗਿਆ ਕਮੈਂਟ ਕਰ ਦਿਓ, ਮੈਂ ਐਕਸਪਲੇਨ ਕਰ ਦੂੰਗਾ। ਜੇ ਤੁਹਾਨੂੰ ਕੋਈ ਲੱਗਦਾ ਵੀ ਕੋਈ ਕਮੀ ਪੇਸ਼ੀ ਰਹਿ ਗਈ ਹੈ, ਉਹ ਵੀ ਦੱਸ ਦਿਓ।